ਪਿਆਰੇ ਬੱਚਿਓ, ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਸਾਡਾ ਅੱਜ ਦਾ ਉਪ ਵਿਸ਼ਾ ਹੈ ਕਿਰਿਆ। ਪਿਆਰੇ ਬੱਚਿਓ, ਅੱਜ ਅਸੀਂ ਕਿਰਿਆ ਦੇ ਬਾਰੇ ਵਿੱਚ ਪੜਾਂਗੇ। ਜਿਵੇਂ ਕਿ ਤੁਸੀਂ ਇਸ ਤਸਵੀਰ ਵਿੱਚ ਵੇਖ ਰਹੇ ਹੋ, ਕੁੜੀ ਪੜ੍ਹ ਰਹੀ ਹੈ। ਗਾਇਕ ਗੀਤ ਗਾ ਰਿਹਾ ਹੈ, ਸਪੇਰਾ ਬੀਨ ਵਜਾ ਰਿਹਾ ਹੈ। ਭਾਵ ਕਿ ਕੋਈ ਨਾ ਕੋਈ, ਜਿਹੜੀਆਂ ਵੀ ਇਹ ਤਿੰਨ ਤਸਵੀਰਾਂ ਹਨ, ਇਹਨਾਂ ਦੇ ਵਿੱਚ ਕੋਈ ਨਾ ਕੋਈ ਕੰਮ ਹੋ ਰਿਹਾ ਹੈ। ਹੁਣ ਅਸੀਂ ਇਸ ਦੀ ਪਰਿਭਾਸ਼ਾ ਜਾਂ ਇਸ ਦੇ ਅਰਥ ਤੋਂ ਜਾਣੂ ਹੋਵਾਂਗੇ। ਜਿਵੇਂ ਕਿ ਉਪਰੋਕਤ ਤਸਵੀਰਾਂ ਦੇ ਵਿੱਚ ਅਸੀਂ ਦੇਖਿਆ, ਔਰ ਇਹਨਾਂ ਸ਼ਬਦਾਂ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਬਾਰੇ ਕਾਲ ਸਹਿਤ ਪਤਾ ਲੱਗ ਗਿਆ। ਇਹਨਾਂ ਸ਼ਬਦਾਂ ਤੋਂ ਸਾਨੂੰ ਕੀ ਪਤਾ ਲੱਗ ਗਿਆ? ਕਾਲ ਸਹਿਤ ਪਤਾ ਲੱਗ ਗਿਆ ਕਿ ਇਹ ਕੰਮ ਜਿਹੜੇ ਨੇ ਹੋ ਰਹੇ ਨੇ। ਜਿਵੇਂ ਕਿ ਪੜ੍ਹ ਰਹੀ ਹੈ, ਗਾ ਰਿਹਾ ਹੈ, ਵਜਾ ਰਿਹਾ ਹੈ। ਇਹ ਕੀ ਹੈ? ਕਿਰਿਆ। ਇਹ ਕੀ ਹੈ? ਕਿਰਿਆ। ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਕਾਲ ਸਹਿਤ ਜਾਣਕਾਰੀ ਮਿਲੇ, ਕਾਲ ਸਹਿਤ ਪਤਾ ਲੱਗੇ, ਉਸ ਨੂੰ ਕਿਰਿਆ ਆਖਦੇ ਹਨ। ਕੁੜੀ ਪੜ੍ਹ ਰਹੀ ਹੈ। ਪੜ੍ਹ ਰਹੀ ਹੈ ਭਾਵ ਕਿ ਇਸ ਦੇ ਵਿੱਚ ਜਿਹੜਾ ਕਰਤਾ ਆ, ਉਹ ਕੋਈ ਕੰਮ ਕਰ ਰਿਹਾ ਹੈ, ਔਰ ਕੰਮ ਜਿਹੜੇ ਕਾਲ ਵਿੱਚ ਕਰ ਰਿਹਾ ਹੈ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲ ਗਿਆ, ਉਸ ਦੇ ਬਾਰੇ ਵੀ ਸਾਨੂੰ ਜਾਣਕਾਰੀ ਮਿਲੀ। ਕਿਰਿਆ ਦੀਆਂ ਕਿਸਮਾਂ। ਹੁਣ ਅਸੀਂ ਪੜਾਂਗੇ ਕਿਰਿਆ ਦੀਆਂ ਕਿਸਮਾਂ। ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਅਕਰਮਕ ਕਿਰਿਆ ਤੇ ਨੰਬਰ 2 ਸਕਰਮਕ ਕਿਰਿਆ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਅਸੀਂ ਪੜਾਂਗੇ ਅਕਰਮਕ ਕਿਰਿਆ ਦੇ ਬਾਰੇ ਵਿੱਚ। ਅਕਰਮਕ ਕਿਰਿਆ ਤੋਂ ਭਾਵ ਹੈ ਕਰਮ ਤੋਂ ਬਗੈਰ। ਇਸ ਤਰ੍ਹਾਂ ਜਿਹੜੇ ਵਾਕ ਵਿੱਚ ਕਰਤਾ ਤਾਂ ਹੋਵੇ ਪਰੰਤੂ ਕਰਮ ਨਾ ਹੋਵੇ, ਕਰਤਾ ਤਾਂ ਹੋਵੇ ਪਰੰਤੂ ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਆਖਦੇ ਹਨ। ਕਰਤਾ ਤੇ ਹੈਗਾ ਪਰ ਉਸ ਦੇ ਵਿੱਚ ਕਰਮ ਨਹੀਂ ਹੈ। ਜਿਵੇਂ ਕਿ ਇਸ ਤਸਵੀਰ ਵਿੱਚ ਅਸੀਂ ਦੇਖਦੇ ਹਾਂ, ਪਿਤਾ ਜੀ ਪੜ੍ਹ ਰਹੇ ਹਨ। ਪਿਤਾ ਜੀ ਕੀ ਪੜ੍ਹ ਰਹੇ ਹਨ, ਇਸ ਦੇ ਬਾਰੇ ਵਿੱਚ ਸਾਨੂੰ ਨਹੀਂ ਪਤਾ। ਸਿਰਫ ਸਾਨੂੰ ਇੰਨਾ ਹੀ ਪਤਾ ਹੈ ਕਿ ਪਿਤਾ ਜੀ ਪੜ੍ਹ ਰਹੇ ਹਨ। ਕੁੜੀ ਲਿਖ ਰਹੀ ਹੈ। ਕੁੜੀ ਕੀ ਲਿਖਦੀ ਹੈ, ਸਾਨੂੰ ਇਸ ਦੇ ਬਾਰੇ ਵਿੱਚ ਨਹੀਂ ਪਤਾ। ਉਪਰੋਕਤ ਦੋਹਾਂ ਵਾਕਾਂ ਵਿੱਚ ਕਰਤਾ ਪਿਤਾ ਜੀ ਤੇ ਕੁੜੀ ਤਾਂ ਹਨ, ਪਰ ਕਰਮ ਨਹੀਂ ਹੈ। ਇਹ ਕਿਹੜੀ ਕਿਰਿਆ ਹੈ? ਅਕਰਮਕ ਕਿਰਿਆ। ਕਰਤਾ ਤਾਂ ਹੈ ਪਰ ਇਸ ਵਿੱਚ ਕਰਮ ਨਹੀਂ। ਦੂਸਰਾ ਭਾਗ ਕਿਰਿਆ ਦਾ ਹੈ ਸਕਰਮਕ ਕਿਰਿਆ। ਸਕਰਮਕ ਕਿਰਿਆ ਤੋਂ ਭਾਵ ਹੈ ਕਰਮ ਸਹਿਤ। ਕਰਤਾ ਵੀ ਹੋਵੇ ਤੇ ਇਸ ਵਿੱਚ ਕਰਮ ਵੀ ਹੋਵੇ, ਭਾਵ ਕਰਤਾ ਦੇ ਨਾਲ ਕਰਮ। ਇਸ ਤਰ੍ਹਾਂ ਜਿਹੜੇ ਵਾਕਾਂ ਵਿੱਚ ਕਿਰਿਆ ਦਾ ਕਰਮ ਹੋਵੇ ਤੇ ਉਸ ਕਿਰਿਆ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਹੜੇ ਵਾਕ ਵਿੱਚ ਕੀ ਹੋਵੇ? ਕਿਰਿਆ ਦਾ ਕਰਮ ਹੋਵੇ। ਜਿਵੇਂ ਕਿ ਤਸਵੀਰ ਵਿੱਚ ਪਿਤਾ ਜੀ ਨਾਵਲ ਪੜ੍ਹ ਰਹੇ ਹਨ, ਕੁੜੀ ਚਿੱਠੀ ਲਿਖ ਰਹੀ ਹੈ। ਪਿਤਾ ਜੀ ਤੇ ਕੁੜੀ ਕੌਣ ਨੇ? ਕਰਤਾ। ਤੇ ਨਾਵਲ ਅਤੇ ਚਿੱਠੀ ਕੀ ਹੈ? ਇਸ ਵਿੱਚ ਕਰਮ। ਇਹ ਕਿਹੜੀ ਕਿਰਿਆ ਹੋ ਗਈ? ਸਕਰਮਕ ਕਿਰਿਆ। ਪਿਆਰੇ ਬੱਚਿਓ, ਕਰਤਾ ਤੇ ਕਰਮ ਵਿੱਚ ਹੁਣ ਕੀ ਅੰਤਰ ਹੈ? ਵਾਕ ਵਿੱਚ ਕਿਰਿਆ ਕਰਨ ਵਾਲੇ ਨੂੰ ਕਰਤਾ ਤੇ ਜਿਸ ਚੀਜ਼ ਤੇ ਕੰਮ ਕੀਤਾ ਜਾ ਰਿਹਾ ਹੈ ਉਸ ਨੂੰ ਕਰਮ ਆਖਦੇ ਹਨ। ਭਾਵ ਕਿ ਜਿਹੜਾ ਕੰਮ ਕਰ ਰਿਹਾ ਹੈ, ਜਿਵੇਂ ਪਿਤਾ ਜੀ ਨਾਵਲ ਪੜ੍ਹ ਰਹੇ ਹਨ, ਪਿਤਾ ਜੀ, ਕੁੜੀ ਚਿੱਠੀ ਲਿਖ ਰਹੀ ਹੈ। ਪਿਤਾ ਜੀ ਤੇ ਕੁੜੀ ਕੌਣ ਹੈ? ਕਰਤਾ। ਨਾਵਲ ਪੜ੍ਹ ਰਹੇ ਹਨ, ਨਾਵਲ ਕੀ ਹੈ? ਕਰਮ। ਚਿੱਠੀ ਕੀ ਹੈ? ਕਰਮ। ਪੜ੍ਹ ਰਹੇ ਹਨ ਕਿਰਿਆ, ਲਿਖ ਰਹੀ ਹੈ ਕਿਰਿਆ। ਕਰਤਾ ਵੀ ਹੈਗਾ, ਕਰਮ ਵੀ ਹੈਗਾ ਤੇ ਕਿਰਿਆ ਵੀ ਹੈਗੀ ਇਸ ਦੇ ਵਿੱਚ। ਔਰ ਸਾਨੂੰ ਇਸ ਦੇ ਵਿੱਚ ਜਿਹੜੀ ਕਿਰਿਆ ਵਾ ਉਹਦੇ ਬਾਰੇ ਵਿੱਚ ਕਾਲ ਸਹਿਤ ਪਤਾ ਆ, ਜਿਹੜਾ ਕੰਮ ਹੋ ਰਿਹਾ। ਜਿਵੇਂ ਕਿ ਅਗਲੇ ਵਾਕ ਵਿੱਚ ਮੁੰਡਾ, ਉਦਾਹਰਨ ਦੇ ਤੌਰ ਤੇ ਮੁੰਡਾ ਬਰਗਰ ਖਾ ਰਿਹਾ ਹੈ। ਮੁੰਡਾ ਬਰਗਰ ਖਾ ਰਿਹਾ ਹੈ। ਵਾਕ ਵਿੱਚ ਕਰਤਾ ਕੌਣ ਹੈ? ਮੁੰਡਾ। ਬਰਗਰ ਕੀ ਹੈ? ਇਸ ਵਿੱਚ ਕਰਮ। ਤੇ ਖਾ ਰਿਹਾ ਕੀ ਹੈ? ਖਾ ਰਿਹਾ ਹੈ ਕਿਰਿਆ।
ਕਰਤਾ ਵੀ ਹੈ, ਕਰਮ ਵੀ ਹੈ ਔਰ ਕਿਰਿਆ ਵੀ। ਔਰ ਜਿਨ੍ਹਾਂ ਵਾਕਾਂ ਵਿੱਚ ਕਰਤਾ ਤੇ ਕਰਮ ਨਾਲ ਹੋਵੇ ਉਸ ਨੂੰ ਸਕਰਮਕ ਕਿਰਿਆ ਆਖਦੇ ਹਨ। ਇਹ ਸੀ ਪਿਆਰੇ ਬੱਚਿਓ ਸਾਡਾ ਅੱਜ ਦਾ ਇੱਕ ਉਪ ਵਿਸ਼ਾ ਕਿਰਿਆ। ਹੁਣ ਆਪਣੇ ਦੂਸਰੇ ਉਪ ਵਿਸ਼ੇ ਦੇ ਬਾਰੇ ਵਿੱਚ ਪੜ੍ਹਦੇ ਹਾਂ। ਪਿਆਰੇ ਬੱਚਿਓ ਸਾਡਾ ਦੂਸਰਾ ਉਪ ਵਿਸ਼ਾ ਹੈ ਅਸ਼ੁੱਧ ਅਸ਼ੁੱਧ। ਅਸੀਂ ਅੱਜ ਇਸ ਕਿਰਿਆ ਉਪ ਵਿਸ਼ੇ ਦੇ ਨਾਲ ਅਸ਼ੁੱਧ ਅਸ਼ੁੱਧ ਸਾਡਾ ਦੂਸਰਾ ਛੋਟਾ ਜਿਹਾ ਇੱਕ ਉਪ ਵਿਸ਼ਾ ਹੈ ਜਿਸ ਦੇ ਬਾਰੇ ਵਿੱਚ ਪੜਾਂਗੇ। ਭਾਸ਼ਾ ਨੂੰ ਬੋਲਣ ਜਾਂ ਲਿਖਣ ਸਮੇਂ ਉਸਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪਿਆਰੇ ਬੱਚਿਓ ਭਾਸ਼ਾ ਜਿਸ ਨੂੰ ਕਿ ਜਦੋਂ ਅਸੀਂ ਸ਼ੁੱਧ ਨਹੀਂ ਬੋਲਾਂਗੇ ਤਾਂ ਸੁਣਨ ਵਾਲੇ ਨੂੰ ਸਾਡੀ ਭਾਸ਼ਾ ਸਮਝ ਨਹੀਂ ਆਵੇਗੀ। ਜਦੋਂ ਅਸੀਂ ਲਿਖਦੇ ਹਾਂ ਤਾਂ ਅਗਰ ਭਾਸ਼ਾ ਨੂੰ ਅਸੀਂ ਸ਼ੁੱਧ ਨਹੀਂ ਲਿਖਾਂਗੇ, ਸਹੀ ਨਹੀਂ ਲਿਖਾਂਗੇ ਤਾਂ ਪੜ੍ਹਨ ਵਾਲੇ ਨੂੰ ਸਾਡੀ ਭਾਸ਼ਾ ਸਮਝ ਨਹੀਂ ਆਵੇਗੀ। ਦੂਸਰੇ ਸ਼ਬਦਾਂ ਵਿੱਚ ਜਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਵਿਚਾਰ ਦੂਸਰਿਆਂ ਨੂੰ ਸਮਝਾਉਣ ਵਾਸਤੇ, ਆਪਣੇ ਵਿਚਾਰ ਦੂਸਰਿਆਂ ਤੱਕ ਪਹੁੰਚਾਉਣ ਵਾਸਤੇ ਸ਼ੁੱਧ ਭਾਸ਼ਾ ਦੀ ਵਰਤੋਂ ਕਰਨਾ ਬਹੁਤ ਹੀ ਜ਼ਰੂਰੀ ਹੈ। ਅਗਰ ਅਸੀਂ ਆਪਣੇ ਭਾਵ ਦੂਸਰਿਆਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਸਾਨੂੰ ਸ਼ੁੱਧ ਭਾਸ਼ਾ ਵਰਤੋਂ ਵਿੱਚ ਲਿਆਉਣੀ ਹੋਵੇਗੀ। ਇਸ ਲਈ ਭਾਸ਼ਾ ਨੂੰ ਬੋਲਦੇ ਲਿਖਦੇ ਸਮੇਂ ਵਿਆਕਰਨ ਦੇ ਨਿਯਮਾਂ ਅਨੁਸਾਰ ਹੀ ਵਰਨਾਂ, ਲਗਾਖਰਾਂ ਜਾਂ ਸ਼ਬਦਾਂ ਦੀ ਵਰਤੋਂ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਜਦੋਂ ਵੀ ਭਾਸ਼ਾ ਨੂੰ ਅਸੀਂ ਲਿਖਦੇ ਹਾਂ ਤਾਂ ਵਿਆਕਰਨ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਲਿਖਣਾ ਚਾਹੀਦਾ ਹੈ। ਜਿਵੇਂ ਔਰਤ ਸੈਰ ਕਰ ਰਹੀ ਹੈ, ਮੁੰਡਾ ਨੱਚ ਰਿਹਾ ਹੈ। ਇਹ ਦੋਵੇਂ ਵਾਕ ਔਰਤ ਸੈਰ ਕਰ ਰਹੀ ਹੈ, ਦੋਵੇਂ ਵਾਕ ਬੋਲਣ ਵਿੱਚ ਵੀ ਗਲਤ ਹਨ ਅਤੇ ਲਿਖਣ ਵਿੱਚ ਵੀ ਗਲਤ ਹਨ। ਇਸ ਵਿੱਚ ਅਸੀਂ ਦੇਖਣਾ ਹੈ ਕਿ ਜਿਹੜੇ ਅਸ਼ੁੱਧ ਸ਼ਬਦ ਹਨ ਜਿਵੇਂ ਕਿ ਔਰਤ, ਸੈਰ ਗਲਤ ਹਨ, ਅਸ਼ੁੱਧ ਸ਼ਬਦ ਹਨ। ਅਗਰ ਅਸੀਂ ਇਸ ਨੂੰ ਸ਼ੁੱਧ ਕਰਕੇ ਲਿਖਾਂਗੇ ਤਾਂ ਹੀ ਸਾਨੂੰ ਇਹਦੀ ਸਮਝ ਆਵੇਗੀ। ਮੁੰਡਾ ਨੱਚ ਰਿਹਾ ਹੈ, ਇਹ ਵੀ ਵਾਕ ਬੋਲਣ ਵਿੱਚ ਵੀ ਗਲਤ ਹੈ ਅਤੇ ਲਿਖਣ ਵਿੱਚ ਵੀ ਅਸ਼ੁੱਧ ਹੈ। ਇਸ ਵਾਕ ਨੂੰ ਅਸੀਂ ਜਿੰਨੀ ਦੇਰ ਤੱਕ ਸ਼ੁੱਧ ਸ਼ਬਦਾਂ ਵਿੱਚ ਨਹੀਂ ਲਿਖਦੇ ਉਨੀ ਦੇਰ ਤੱਕ ਅਸੀਂ ਸ਼ੁੱਧ ਸ਼ਬਦਾਂ ਵਿੱਚ ਪੜ੍ਹ ਵੀ ਨਹੀਂ ਸਕਦੇ। ਸਾਨੂੰ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਦੇ ਵਾਸਤੇ, ਆਪਣੇ ਭਾਵ ਪ੍ਰਗਟ ਕਰਨ ਦੇ ਵਾਸਤੇ ਸ਼ੁੱਧ ਸ਼ਬਦਾਂ ਦੀ ਵਰਤੋਂ ਕਰਨੀ ਬਹੁਤ ਹੀ ਜ਼ਰੂਰੀ ਹੈ। ਔਰਤ ਸੈਰ ਕਰ ਰਹੀ ਹੈ, ਮੁੰਡਾ ਨੱਚ ਰਿਹਾ ਹੈ, ਇਹ ਦੋਨੇ ਅਸ਼ੁੱਧ ਸ਼ਬਦਾਂ ਦੇ ਸ਼ੁੱਧ ਸ਼ਬਦ ਹਨ। ਹਾਂਜੀ ਪਿਆਰੇ ਬੱਚਿਓ, ਇਹ ਸੀ ਸਾਡਾ ਦੂਸਰਾ ਛੋਟਾ ਜਿਹਾ ਇੱਕ ਉਪ ਵਿਸ਼ਾ ਅਸ਼ੁੱਧ ਅਤੇ ਸ਼ੁੱਧ। ਉਮੀਦ ਹੈ ਤੁਸੀਂ ਜਦੋਂ ਵੀ ਕੁਝ ਲਿਖਦੇ ਹੋ ਤਾਂ ਪੜ੍ਹਦੇ ਹੋ ਤਾਂ ਸ਼ੁੱਧ ਸ਼ਬਦਾਂ ਦੀ ਵਰਤੋਂ ਕਰੋਗੇ। ਇਹਦੇ ਨਾਲ ਤੁਸੀਂ ਆਪਣੇ ਵਿਚਾਰ ਦੂਸਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਫਲ ਹੋਵੋਗੇ। ਇਮਤਿਹਾਨ ਦੇ ਵਿੱਚ ਵੀ ਤੁਸੀਂ ਅਗਰ ਸ਼ੁੱਧ ਸ਼ਬਦ ਵਰਤਦੇ ਹੋ, ਸ਼ੁੱਧ ਸ਼ਬਦਾਵਲੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਜਿਹੜੇ ਨੰਬਰ ਨੇ ਪੇਪਰ ਦੇ ਵਿੱਚ ਉਹ ਵੀ ਬਹੁਤ ਅੱਛੇ ਆ ਸਕਦੇ ਹਨ। ਉਮੀਦ ਹੈ ਤੁਹਾਨੂੰ ਅੱਜ ਦੇ ਇਹ ਦੋਨੇ ਉਪ ਵਿਸ਼ੇ ਨੇ ਸਮਝ ਆਏ ਹੋਣਗੇ। ਧੰਨਵਾਦ।